ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਦਿਵਿਆਨੇਜਾ। ਗੱਲ ਕਰਾਂਗੇ ਸਭ ਤੋਂ ਪਹਿਲੇ ਅੱਜ ਦੀ ਵੱਡੀ ਖਬਰਾਂ ਨੂੰ ਲੈ ਕੇ। ਗੱਲ ਹੋਏਗੀ ਨਵਜੋਤ ਸਿੰਘ ਸਿੱਧੂ ਤੋਂ ਕੀਤੇ ਗਏ ਟਵੀਟ ਦੀ। ਜਦ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਆਉਂਦਾ ਆ, ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਗਰਮੀ ਹੋਰ ਵੱਧ ਜਾਂਦੀ ਹੈ। ਇਸ ਵਾਰ ਫੇਰ ਸਿੱਧੂ ਸਰਕਾਰ ਨੂੰ ਘੇਰਦੇ ਨਜ਼ਰ ਆਏ। ਆਪਣੇ ਟਵੀਟ ਦੇ ਰਾਹੀਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਖੇਤੀ ਕਾਨੂੰਨਾਂ ਤੇ ਕਿਸਾਨਾਂ ਦੇ ਨਾਲ ਜੁੜੇ ਮੁੱਦਿਆਂ ਤੇ ਕੇਂਦਰ ਸਰਕਾਰ ਨੂੰ ਘੇਰਿਆ। ਸਿੱਧੂ ਵੱਲੋਂ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਗਿਆ ਕਿ ਅੱਜ ਜਿਵੇਂ ਅਸੀਂ ਕੇਂਦਰ ਦੇ ਤਿੰਨਾਂ ਕਾਲੇ ਕਾਨੂੰਨਾਂ ਖਿਲਾਫ ਆਪਣੀ ਜਿੱਤ ਦੀ ਖੁਸ਼ੀ ਮਨਾਉਂਦੇ ਪਏ ਆ, ਪਰ ਸਾਡਾ ਅਸਲ ਕੰਮ ਹੁਣ ਹੀ ਸ਼ੁਰੂ ਹੋਇਆ। ਸਿੱਧੂ ਨੇ ਕੇਂਦਰ ਸਰਕਾਰ ਨੂੰ MSP ਖਤਮ ਕਰਨ ਨੂੰ ਲੈ ਕੇ ਵੀ ਘੇਰਿਆ ਤੇ ਨਾਲ ਦੀ ਨਾਲ ਹੋਰ ਵੀ ਕਈ ਮੁੱਦਿਆਂ ਦਾ ਜ਼ਿਕਰ ਕਰਦੇ ਨਜ਼ਰ ਆਏ। ਆਪਣੇ ਟਵੀਟ ਦੇ ਰਾਹੀਂ ਨਾਲ ਦੀ ਨਾਲ ਸਰਕਾਰ ਨੂੰ ਘੇਰਦੇ ਨਜ਼ਰ ਆਏ ਆਪਣੇ ਟਵੀਟ ਦੇ ਰਾਹੀਂ। ਗੱਲ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹਨਾਂ ਦੇ ਟਵੀਟ ਦੀ। ਲੇਕਿਨ ਹੁਣ ਆਪਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ। ਹਿੰਦੁਸਤਾਨ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ ਤੇ ਆਪਣੇ ਦੌਰੇ ਦੇ ਦੌਰਾਨ ਜੋ ਉਹਨਾਂ ਨੇ ਮਹਿਸੂਸ ਕੀਤਾ ਮੀਡੀਆ ਦੇ ਅੱਗੇ ਉਹਨਾਂ ਨੇ ਜ਼ਾਹਿਰ ਕੀਤਾ। ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ, ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ। ਚਲੋ ਕੱਢ ਲਈਆਂ ਕੰਧਾਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ। ਚਲੋ ਕੱਢ ਲਈਆਂ ਕੰਧਾਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ। ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ, ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ। ਇਹਨੂੰ ਆਖ ਲਓ ਦੁਆ ਮੇਰੀ, ਜਾਂ ਕਹਿ ਲਓ ਅਰਦਾਸ, ਜਾਂ ਕਹਿ ਲਓ ਅਰਦਾਸ। ਤੇ ਉਹ ਗੱਲ ਇਹ ਹੈ ਕਿ ਕੰਧਾਂ ਹੋਣ ਉੱਤੇ ਮੂਰਤਾਂ ਪਿਆਰਿਆਂ ਦੀਆਂ ਹੋਣ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ। ਕੰਧਾਂ ਅੰਨੀਆਂ ਨਾ ਹੋਣ, ਉਹ ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ, ਬੂਹੇ ਬਾਰੀਆਂ ਵੀ ਹੋਣ। ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਸਾਡਾ ਮੇਲ ਜੋਲ ਹੋਵੇ ਯਾਰੋ, ਉਹ ਸਾਡਾ ਮੇਲ ਜੋਲ ਹੋਵੇ। ਚੱਲੇ ਵਣਜ ਵਪਾਰ, ਚੱਲੇ ਵਣਜ ਵਪਾਰ। ਭਲੇ ਸੋਨਿਹਾਲੇ ਇਹ ਜੋ ਮੈਂ ਗੱਲ ਕੀਤੀ ਹੈ, ਇਹ ਹਰੇਕ ਦਾ ਸੁਪਨਾ ਸਾਕਾਰ ਕਰਦੀ ਹੈ ਭਾਈ। ਜਦੋਂ ਵਾਜਪਾਈ ਸਾਹਿਬ ਇੱਥੇ ਪਿਆਰ ਮੁਹੱਬਤ ਦੀ ਬੱਸ ਲੈ ਕੇ ਆਏ ਸੀ ਤੇ ਦੋਵੇਂ ਪੰਜਾਬ ਪੱਬਾਂ ਭਾਰ ਹੋ ਗਏ ਸੀ। ਹੋ ਗਏ ਸੀ ਕਿ ਨਹੀਂ ਹੋ ਗਏ ਸੀ? ਸਾਰੇ ਖੁਸ਼ ਸੀ, ਸਾਰੇ ਖੁਸ਼ੀਆਂ ਮਨਾਉਂਦੇ ਸੀ। ਉਹ ਕਿਉਂ? ਕਿਉਂਕਿ ਇੱਕ ਤਾਂਘ ਹੈ। ਔਰ ਅੱਜ ਮੈਂ ਇੱਥੇ ਖੜੋ ਕੇ ਕਹਿਣਾ ਕਿ ਜਿਸ ਤਰ੍ਹਾਂ ਦੇ ਤੁਹਾਡੇ ਵਜ਼ੀਰ ਆਜ਼ਮ ਨੇ, ਜਿਸ ਤਰ੍ਹਾਂ ਦੀ ਉਹਨਾਂ ਨੇ ਦਾਨਿਸ਼ਮੰਦ ਸੋਚ ਦਿਖਾਈ ਹੈ, ਉਹ ਇਸ ਪੁਕਾਰ ਨੂੰ ਵੀ ਸੁਣਨਗੇ। ਇਹ ਜਿਹੜਾ ਸਪਿਰਿਚੁਅਲ ਰਿਲੀਜੀਅਸ ਟੂਰਿਜ਼ਮ ਹੈ, ਮੈਡੀਕਲ ਟੂਰਿਜ਼ਮ ਹੈ, ਇਹ ਦੇਸ਼ਾਂ ਦੇ ਮੁਕੱਦਰ ਬਦਲ ਸਕਦਾ ਹੈ। ਮੈਂ ਕਹਿਣਾ ਕਿ ਜਿਹੜੇ ਸਾਡੇ ਹਿੰਦੂ ਮੰਦਿਰ ਨੇ, ਜਿਹੜੇ ਆਸਥਾ ਦੇ ਪੁੰਜ ਹੈ, ਉਹ ਵੀ ਖੋਲੇ ਜਾਣ। ਉਹ ਦਾਨਿਸ਼ਮੰਦ ਹੈ, ਉਹ ਪਰਮਾਤਮਾ ਦੀ ਮਿਹਰ ਨੂੰ ਸਮਝਦਾ, ਉਹਨੇ ਇਸ ਗੱਲ ਨੂੰ ਵੀ ਸਮਝਣਾ। ਤੇ ਮੈਂ ਤੁਹਾਨੂੰ ਕਹਿਣਾ ਕਿ ਅਗਰ ਸਾਡੀ ਤਜਾਰਤ ਖੁੱਲਦੀ ਹੈ, ਅਗਰ ਸਾਡੇ ਹੋਰ ਲਾਂਘੇ ਖੁੱਲਦੇ ਨੇ, ਔਰ ਗੁਰੂ ਦਾ ਲਾਂਘਾ ਅਸੰਖ ਸੰਭਾਵਨਾਵਾਂ ਦਾ ਲਾਂਘਾ ਹੈ। ਉਹ ਯਾਰ ਸਾਡੇ ਕਲਚਰ ਇੱਕ ਨੇ, ਸਾਡੀ ਜ਼ਬਾਨ ਇੱਕ, ਸਾਡੇ ਪਹਿਰਾਵੇ ਇੱਕ ਨੇ, ਮਾਂ ਬੋਲੀ ਪੰਜਾਬੀ ਇੱਕ ਹੈ, ਤੇ ਹੋਰ ਸਾਡਾ ਟੌਰ ਟੱਪਾ ਵੀ ਹੈ। ਦੋ ਕਰਮ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ। ਕਿਉਂ? ਠੀਕ ਹੈ ਨਾ? ਤੇ ਫਿਰ ਭਾਈ ਇਹ ਦੂਰੀਆਂ ਮਿਟਾਉਣ ਦੇ ਵਾਸਤੇ ਵਪਾਰ ਖੁੱਲੇ। ਫਿਰ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਾ ਖੁੱਲੇ? ਕਿਉਂ ਨਾ ਖੁੱਲੇ? ਕਿਉਂ ਨਾ ਪੌਂਟਾ ਸਾਹਿਬ ਵੱਧ ਤੋਂ ਵੱਧ ਬੰਦੇ ਜਾਣ?
ਦਰਸ਼ਨ ਦਿਦਾਰੇ ਕਰਨ, ਕਿਉਂ ਨਾ ਨਨਕਾਣਾ ਸਾਹਿਬ ਸਾਰਾ ਪੰਜਾਬ ਉਮੜ ਕੇ ਆਵੇ, ਕਿਉਂ ਨਾ ਟੂਰਿਜ਼ਮ ਨੂੰ ਬਾਬਾ ਚੰਨ ਤਾਰੇ ਲਾਵੇ। ਤੁਸੀਂ ਕਹਿੰਦੇ ਹੋ ਪ੍ਰਮੋਟ, ਮੈਂ ਕਹਿੰਦਾ ਚੰਨ ਤਾਰੇ ਲਾਵੇ। ਨਹੀਂ ਠੀਕ ਹੈ। ਸੋ ਇਹ ਜਿਹੜੀ ਗੱਲ ਅੱਗੇ ਵਧਾਉਣੀ ਹੈ ਨਾ, ਉਹ ਮੈਂ ਵਧਾ ਛੱਡੀ ਹੈ। ਔਰ ਮੈਂ ਕਹਿੰਦਾ ਤੁਹਾਨੂੰ ਕਿ ਅਗਰ ਇਹ ਹੋਇਆ ਤੇ ਦੋਵੇਂ ਪੰਜਾਬ, ਦੋਵੇਂ ਮੁਲਕ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰੱਕੀ ਕਰਨਗੇ ਇਨਸ਼ਾਅੱਲਾ। ਤੇ ਜਿੱਥੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਫੈਸਲਾ ਲਿੱਤਾ, ਹਰ ਕੋਈ ਇਸ ਦਾ ਸਵਾਗਤ ਕਰਦਾ ਨਜ਼ਰ ਆਇਆ। ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ ਹੈਗਾ ਤੇ ਇਸ ਦੇ ਉੱਤੇ ਹੀ ਸਰਦਾਰਾ ਸਿੰਘ ਜੌਹਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਹੈਗਾ। ਹੋਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਉਹਨਾਂ ਨੇ ਕਈ ਅਹਿਮ ਗੱਲਾਂ ਕਹੀਆਂ MSP ਨੂੰ ਲੈ ਕੇ ਵੀ, ਆਓ ਤੁਹਾਨੂੰ ਸੁਣਾਉਂਦੇ ਹਾਂ। देखो, जिस रीज़न करके उन्होंने कहा भी असी कन्विंस नहीं कर सके, ये तो जब 8-9 मीटिंग हो गई सीगियां, उदों क्लीयर सीगा भी ये कन्विंस नहीं होने, तो उदों वापस कर लेने चाहिए सी। मेरे ख्याल तो रीज़न तो है कि इलैक्शन आई हैं, इस करके उन्होंने वापस कर लिया बिल्लां नूं। देखिया हाँ कि जिवें तुसीं बड़ी हिमायत कर रहे सीगे, गल है कि दो गल्लां सीगियां। एक तो है कि जिस तरह ये बिल पास किए गए, जिन्हें हरी दे विच किए गए और मतलब ब्रूट मेजोरिटी दे नाल किए गए, डिस्कशन नहीं होने दी, पब्लिक डोमेन ते नहीं पाए, उन्हें जिहड़ा ट्रस्ट डिफिसिट हो गया। मेन रीजन ये है। दूजा थोड़ी बहुत अमेंडमेंट करके बिल जिहड़े कि मैं हाले भी सपोर्ट करता, बहुत अच्छे सी बिल एक्ट से, लेकिन गलत तरीके दे नाल हरी जी पेश करने दे विच या पास करने दे विच ये जिहड़ा जिहदा कहंदे ने ट्रस्ट डिफिसिट हो गया। किन्ना को फायदा होना सी इस बिल नूं लैके? अगर देखो, रिफॉर्म तो चाहिए है ना, रिफॉर्म तो चाहिए कि भाई इस वेले जी फार्मर के पल्ले जी जो भी प्रोड्यूस वो करता है, वीट राइस नूं छड्ड दईए जिहड़ियां कि गवर्नमेंट खरीददी है, वो तो फार्मर के पल्ले 20% भी नहीं पैंदा, कई बार 10% पैंदा। मैं पिछली इस गोभी 2 रुपए किलो बिकी है, मटर 2 रुपए किलो बिके, गाजर 2 रुपए किलो बिकी। सानूं तो कदे भी 10-12 थल्ले नहीं मिले थे। ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਵੱਲੋਂ ਆਮ ਜਨਤਾ ਨੂੰ ਕਈ ਸੌਗਾਤਾਂ ਦਿੱਤੀਆਂ ਗਈਆਂ, ਖਾਸ ਤੌਰ ਤੇ ਉਹਨਾਂ ਦੇ ਮਨੋਰੰਜਨ ਨੂੰ ਲੈ ਕੇ ਉਹਨਾਂ ਨੇ ਇੱਕ ਖਾਸ ਸੌਗਾਤ ਦਿੱਤੀ ਹੈ। ਓਪਨ ਥੀਏਟਰ ਦੀ ਸਰਵਿਸ ਪ੍ਰੋਜੈਕਟ ਜਿਹੜਾ ਹੈਗਾ ਬਣਾਇਆ ਜਾ ਰਿਹਾ ਹੈ ਆਮ ਜਨਤਾ ਦੀ ਸਹੂਲੀਅਤ ਦੇ ਲਈ, ਉਹਨਾਂ ਦੇ ਮਨੋਰੰਜਨ ਦੇ ਲਈ। ਹੋਰ ਕੀ ਕੁਝ ਇਨ ਸੌਗਾਤਾਂ ਦੇ ਵਿੱਚ ਸ਼ਾਮਿਲ ਹੈਗਾ, ਆਓ ਤੁਹਾਨੂੰ ਵਿਖਾਉਂਦੇ ਹਾਂ। ਅੱਜ ਅਸੀਂ ਓਪਨ ਥੀਏਟਰ ਦੀ ਸ਼ੁਰੂਆਤ ਕੀਤੀ ਹੈ। ਜਦੋਂ ਸਾਡੇ ਦੁਕਾਨਦਾਰ ਵੀਰ ਔਰ ਘਰਾਂ 'ਚ ਬੈਠੀਆਂ ਸਾਡੀਆਂ ਮਾਤਾਵਾਂ ਭੈਣਾਂ ਸਾਰੇ ਦਿਨ ਦੇ ਸਟ੍ਰੈਸ ਤੋਂ ਬਾਅਦ ਅਸੀਂ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਨੂੰ ਇੱਕ ਕੋਈ ਇਸ ਤਰ੍ਹਾਂ ਦਾ ਐਂਟਰਟੇਨਮੈਂਟ ਚਾਹੀਦਾ ਕਿ ਅਸੀਂ ਪਰਿਵਾਰ ਸਮੇਤ ਜਾ ਕੇ ਬੈਠ ਸਕੀਏ। ਉਹਨਾਂ ਦੀ ਰਾਏ ਦੇ ਨਾਲ ਅਸੀਂ ਅੱਜ ਇਹ ਓਪਨ ਥੀਏਟਰ ਦੀ ਸ਼ੁਰੂਆਤ ਕੀਤੀ ਹੈ ਔਰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਸਾਰੇ ਇਸ ਓਪਨ ਥੀਏਟਰ ਦਾ ਆਨੰਦ ਮਾਣਨ। ਸੈਂਟਰ 'ਚ ਬੈਠੀ BJP ਸਰਕਾਰ ਹਮੇਸ਼ਾ ਹੀ ਉਹਦੀ ਕੋਸ਼ਿਸ਼ ਰਹੀ ਹੈ ਕਿ ਕਿਵੇਂ BJP ਸਰਕਾਰ ਦੀ ਕਿ ਕਿਵੇਂ ਪੰਜਾਬ ਨੂੰ ਦਬਾ ਕੇ ਰੱਖਣਾ, ਪਰ ਜਿਸ ਤਰ੍ਹਾਂ ਨਾ ਸਾਡੇ ਕਿਸਾਨ ਦਬੇ, ਨਾ ਅਸੀਂ ਦਬਣ ਵਾਲੇ ਹਾਂ ਪੰਜਾਬੀ। ਜਿਵੇਂ ਅਸੀਂ ਆਪਦੇ ਹੱਕਾਂ ਦੀ ਲੜਾਈ ਦੇ ਲਈ ਸੰਘਰਸ਼ ਕੀਤੇ, ਸਾਡੇ ਕਿਸਾਨ ਵੀਰਾਂ ਦੇ ਸੰਘਰਸ਼ ਦੀ, ਉਹਨਾਂ ਦੇ ਬਲਿਦਾਨ ਦੀ ਜਿਹੜੀ ਉਹ ਜਿੱਤ ਹੋਈ ਹੈ, ਕਾਲੇ ਕਾਨੂੰਨ ਵਾਪਸ ਲੈਣੇ ਪਏ ਹੈ ਔਰ ਸੈਂਟਰ 'ਚ ਸਰਕਾਰ ਜਿਹੜੀ ਬੈਠੀ ਹੈ BJP ਦੀ, ਜਿਵੇਂ ਉਹਨਾਂ ਦੀ ਆਕੜ ਟੁੱਟੀ ਹੈ, ਜਿਵੇਂ ਉਹਨਾਂ ਦਾ ਹੰਕਾਰ ਖਤਮ ਹੋਇਆ, ਉਵੇਂ ਅਸੀਂ ਜਿਹੜਾ ਇਹ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਪੰਜਾਬ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ। ਅੱਗੇ ਗੱਲ ਕਰਾਂਗੇ ਫਿਲੌਰ ਦੀ। ਫਿਲੌਰ ਵਿੱਚ ਰੈਲੀ ਦੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਦੇ ਅੱਗੇ ਕਈ ਗੱਲਾਂ ਕਹੀਆਂ, ਖਾਸ ਤੌਰ ਤੇ 2022 ਦੀਆਂ ਚੋਣਾਂ ਨੂੰ ਲੈ ਕੇ ਉਹ ਕਹਿੰਦੇ ਨਜ਼ਰ ਆਏ ਕਿ ਇਸ ਵਾਰ ਉਹ ਜਿੱਤ ਜ਼ਰੂਰ ਹਾਸਲ ਕਰਨਗੇ ਤੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਤੁਹਾਨੂੰ ਵਿਖਾਉਂਦੇ ਹਾਂ। ਗੱਲ ਇਹ ਹੈ ਕਿ ਪੰਜਾਬ ਦੇ ਸਮੀਕਰਨ ਤਾਂ ਰੋਜ਼ ਬਦਲ ਰਹੇ ਨੇ, ਇਸ ਰੈਲੀ ਨਾਲ ਹੋਰ ਬਦਲਣਗੇ। ਇਹ ਰੈਲੀ 'ਚ ਐਸੇ ਲੋਕ ਆ ਰਹੇ ਨੇ ਜਿਨ੍ਹਾਂ ਨੇ जनता नाल जुड़े हुए हैं, जिन्हें लोगों नाल प्यार है, सत्कार है, इस करके कुदरती है ये रैली का असर होएगा। पिछले बार के चुनाव के नाल इस बार के चुनाव एक बार एक चीज़ देखी जा रही है कि दलित समाज जिहड़ा हैगा वै उन्होंने बड़ी अहमियत दी जा रही है। फिर भावें अकाली दल होवे, फिर भावें कोई भी पार्टी होवे, हरेक
ਜਿਹੜੀ ਪਾਰਟੀ ਹੈ ਉਹ ਇੰਨਾ ਇਸ ਸਮਾਜ ਨੂੰ ਹੁਣ ਬੜਾ ਨਾਲ ਜੋੜ ਰਹੀ ਹੈ, ਕੀ ਲੱਗ ਰਿਹਾ ਵਾ ਇਹਦੇ ਪਿੱਛੇ ਰਾਜਨੀਤੀ? ਇਹ ਤਾਂ ਹਰੇਕ ਪਾਰਟੀ ਨੇ ਆਪਣੀ ਕੋਸ਼ਿਸ਼ ਕਰਨੀ ਹੈ, ਲੇਕਿਨ ਲੋਕਾਂ ਨੂੰ ਪਤਾ ਵੀ ਕਿੱਥੇ ਜੁੜਨਾ ਹੈ, ਕੌਣ ਸਾਡਾ ਫਾਇਦੇਮੰਦ ਹੈ, ਕੌਣ ਸਾਡੇ ਨਾਲ ਹੈ, ਕੌਣ ਸਾਡਾ ਫਾਇਦਾ ਕਰਦਾ ਹੈ। ਅੱਛਾ, ਇੱਕ ਚੀਜ਼ ਹੋਰ, ਹੁਣ ਬੀਜੇਪੀ ਦੇ ਨਾਲ ਤੁਸੀਂ ਜੁੜ ਸਕਦੇ ਹੋ ਸਰ? ਤੁਹਾਡਾ ਗੱਠਜੋੜ ਹੋ ਸਕਦਾ ਵਾ? ਕਿਉਂਕਿ ਤੁਸੀਂ ਕਿਹਾ ਸੀਗਾ ਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਖਤਮ ਹੋਊਗਾ, ਉਸ ਤੋਂ ਬਾਅਦ ਹੀ ਅਸੀਂ ਇਸ ਚੀਜ਼ ਦੇ ਡਿਸਾਈਡ ਕਰਾਂਗੇ। ਨਹੀਂ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸਮੀਕਰਨ ਰੋਜ਼ ਚੇਂਜ ਹੋ ਰਹੇ ਨੇ, ਉਹ ਮੈਂ ਅੱਜ ਇਹ ਨਹੀਂ ਕਹਿ ਸਕਦਾ ਵੀ ਕਿਹੜੀ ਪਾਰਟੀ ਨਾਲ ਹੋਣੇ ਗੱਠਜੋੜ ਹੀ ਨੇ, ਪਰ ਇਹ ਕਹੀਏ ਵੀ ਬੀਜੇਪੀ ਨਾਲ ਹੋਊਗਾ, ਇਹ ਗਲਤ ਗੱਲ। ਅੱਗੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੀ, ਜੋ ਕਿ ਪਹੁੰਚੇ उत्तराखंड पहुंच के प्रेस वार्ता दे दौरान उन्होंने की कुछ किया, खास तौर ते जनता नूं किस तरह दे वायदे कीते हैगे, किहड़ियां स्कीमां गणवाईयां ताकि 2022 ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹਨਾਂ ਦੇ ਵਿੱਚ ਉਹ ਜਿੱਤ ਹਾਸਲ ਕਰਨ। ਇੰਨਾ ਹੀ ਨਹੀਂ, ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਉਹਨਾਂ ਨੂੰ ਜਿਤਾਇਆ ਜਾਏਗਾ ਤਾਂ ਇੱਕ ਖਾਸ ਸਕੀਮ ਉੱਤਰਾਖੰਡ ਦੇ ਲੋਕਾਂ ਦੇ ਲਈ, ਆਮ ਜਨਤਾ ਦੇ ਲਈ ਉਹ ਲੈ ਕੇ ਆਂਦੇ ਜ਼ਰੂਰ ਨਜ਼ਰ ਆ ਰਹੇ ਨੇ। ਵੇਖੋ ਇਹ ਰਿਪੋर्ट। सबसे पहले मैं देवभूमि उत्तराखंड को नमन करता हूँ, देवताओं की नगरी हरिद्वार को नमन करता हूँ और सभी लोगों को मैं प्रणाम करता हूँ। दिल्ली में हमारी एक स्कीम है, योजना है, मुख्यमंत्री तीर्थ यात्रा योजना। इस योजना के तहत दिल्ली के जितने भी सीनियर सिटीजन्स हैं, बुजुर्ग लोग हैं, उन लोगों को हम तीर्थ यात्रा करवाते हैं, फ्री में तीर्थ यात्रा कराते हैं। एक 12 स्थानों की लिस्ट है, उसमें हरिद्वार, ऋषिकेश, वैष्णो देवी, द्वारकाधीश, पुरी जी, रामेश्वरम, इस तरह के 12 स्थान हैं जहाँ पे हम बुजुर्गों को तीर्थ यात्रा कराते हैं। अभी तक 36,000 लोग तीर्थ यात्रा कर चुके हैं। उनको एसी ट्रेन से ले जाते हैं, एसी होटल में ठहराते हैं, उनका आना जाना, रहना, खाना पीना सब कुछ मुफ्त होता है। तो जैसे श्रवण कुमार ने अपने माता पिता को उनके बुढ़ापे में तीर्थ यात्रा कराई थी, ऐसी हमारी कोशिश है कि हमारे दिल्ली के सारे बुजुर्ग जो हैं उनको हम तीर्थ यात्रा कराएं। तो वहाँ से अयोध्या जी से लौटने के बाद हमने अयोध्या को भी उन तीर्थ यात्रा की लिस्ट में ऐड किया, और मुझे आज कहते हुए बेहद खुशी है कि दिल्ली से पहली ट्रेन दिल्ली के लोगों को अयोध्या ले जाने के लिए 3 दिसंबर को दिल्ली से पहली ट्रेन चलेगी। वो पूरी ट्रेन अयोध्या दिल्ली के लोगों को पहला जत्था जाएगा जो दिल्ली के लोगों को अयोध्या जी तीर्थ यात्रा दर्शन कराने के लिए ले जाएगा। आज मैं ये ऐलान करने आया हूँ कि आम आदमी पार्टी की सरकार उत्तराखंड में बनेगी। उत्तराखंड वासियों की भी बहुत इच्छा है कि वो अयोध्या जी के दर्शन करें। मैं बहुत सारे लोगों को मिलता हूँ, उनसे बातचीत करता हूँ, सबकी इच्छा है कि प्रभु श्री राम के दर्शन करके आएं। बहुत सारे लोग पैसे की कमी के कारण नहीं जा पाते, तो आज मैं ये ऐलान करने आया हूँ कि आम आदमी पार्टी की सरकार बनेगी तो दिल्ली की तर्ज पे यहाँ पे भी तीर्थ यात्रा योजना चालू करेंगे और उत्तराखंड के सभी लोगों को अयोध्या जी के फ्री में दर्शन कराएंगे। आना जाना, रहना, खाना पीना सब मुफ्त होगा। एसी ट्रेन से ले जाएंगे, एसी होटल में ठहराएंगे, ताकि सब लोग सहूलियत के साथ कंफर्ट के अंदर अयोध्या जी के दर्शन करके आ सकें। ਤੇ ਆਓ ਫਿਰ ਹੁਣ ਤੁਹਾਨੂੰ ਸੁਣਾਉਂਦੇ ਆ ਕੁਝ ਸਿਆਸੀ ਬਿਆਨ। एक ये फैसला हुआ कि जो प्रोग्राम पहले से तय किए गए हैं एसकेएम की तरफ से वो कंटिन्यू करेंगे, वो बाकायदा जारी रहेंगे। 22 को लखनऊ में किसान पंचायत होगी और 26 का प्रोग्राम सारे बॉर्डर्स पे हर जगह पे वो बड़ी गैदरिंग्स होंगी और 29 का वो जो पार्लियामेंट कूच है वो दैट स्टैंड्स एज इट इज, वो अभी वैसे ही रहेगा। और उस तक क्या डेवलपमेंट्स होती हैं
उस पे फैसला करने के लिए 27 को फिर एसकेएम की मीटिंग होगी। 29 से पहले 27 तारीख को फिर एक मीटिंग होगी एसकेएम की। जो हालात उस वक्त तक बनेंगे उस पे फैसला लिया जाएगा। और एक ये भी तय हुआ कि प्राइम मिनिस्टर को एक ओपन लेटर लिखी जाएगी जिसमें जो मांगें बकाया रह गई उसके बारे में जिक्र किया जाएगा। एमएसपी की कमेटी कैसी होगी, उसका अधिकार क्षेत्र क्या होगा, उसकी समय सीमा क्या होगी, क्या क्या वो कमेटी करेगी, ये बातें इस पे चर्चा करने के लिए। और जो बिजली शोध बिल 2020 उन्होंने हमसे वादा किया था, अभी तक पार्लियामेंट में पेश नहीं हुआ, उस पे भी चर्चा होगी, उसके बारे में भी लिखा जाएगा। और पराली वाला कानून जो है उस पे वो उसके बारे में भी लिखा जाएगा, जो अभी तक सारा पेंडिंग है। लखीमपुर खेड़ी कांड के बारे में भी लिखा जाएगा। और जो मंत्री जी इन्वॉल्व हैं उस केस में, उनको मंत्री पद से हटाने के लिए मांग करने के लिए भी लिखा जाएगा। आंदोलन के दौरान सभी राज्यों के किसानों के खिलाफ जितने केस दर्ज किए गए हैं वो वापस करवाने के लिए लिखा जाएगा। डीजल की कीमतें कम करने के लिए लिखा जाएगा। ਅੱਗੇ ਗੱਲ ਕਰਾਂਗੇ ਪ੍ਰਗਟ ਸਿੰਘ ਦੀ, ਜੋ ਪਹੁੰਚੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਉਹਨਾਂ ਨੇ ਸਰਬਤ ਦੇ ਭਲੇ ਦੇ ਲਈ ਅਰਦਾਸ ਵੀ ਕੀਤੀ। ਨਾਲ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ, ਆਓ ਤੁਹਾਨੂੰ ਵਿਖਾਉਂਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਅਸੀਂ 552ਵਾਂ ਪ੍ਰਕਾਸ਼ ਉਤਸਵ ਜਦੋਂ ਮਨਾ ਕੇ ਹਟੇ ਆ ਤੇ ਅੱਜ ਕਰਤਾਰਪੁਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਇਸ ਜਗ੍ਹਾ ਤੋਂ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਹ ਸਾਨੂੰ ਸੰਦੇਸ਼ ਦਿੱਤਾ ਸੀ। ਔਰ ਇਨਸਾਨੀਅਤ ਦਾ ਸੰਦੇਸ਼ ਜਿਹੜਾ ਉਹ ਸਾਨੂੰ ਦਿੱਤਾ ਸੀ। ਤੇ ਅੱਜ ਇਸ ਧਰਤੀ ਤੇ ਆ ਕੇ, ਇਸ ਜਗ੍ਹਾ ਤੇ ਆ ਕੇ ਇਸ ਪਰਮਾਤਮਾ ਨੂੰ ਅਰਦਾਸ ਬੇਨਤੀ ਆ ਕਿ ਸਾਨੂੰ ਸਾਰਿਆਂ ਨੂੰ, ਸਮੁੱਚੀ ਲੋਕਾਈ ਨੂੰ ਇਸ ਫਿਲਾਸਫੀ ਤੇ ਚੱਲਣ ਦਾ ਬਲ ਬਖਸ਼ੇ। ਅੱਗੇ ਗੱਲ ਕਰਦੇ ਹਾਂ ਪੀਆਰਟੀਸੀ ਦੇ ਚੇਅਰਮੈਨ ਦੀ, ਜਿਨ੍ਹਾਂ ਨੇ 840 ਨਵੀਂ ਬੱਸਾਂ ਦੇ ਐਲਾਨ ਕੀਤਾ ਹੈ। ਨਾਲ ਦੀ ਨਾਲ ਆਪਣੇ ਮੁਲਾਜ਼ਮਾਂ ਨੂੰ ਇਹ ਵੀ ਆਸ਼ਵਾਸਨ ਦਿਲਵਾਇਆ ਹੈ ਕਿ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਉਹਨਾਂ ਦੇ ਪਰੇਸ਼ਾਨੀਆਂ ਦਾ ਹੱਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹਨਾਂ ਦੀ ਜਿੰਨੀਆਂ ਵੀ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਹੋਰ ਕੀ ਕੁਝ ਕਹਿੰਦੇ ਨਜ਼ਰ ਆਏ, ਆਓ ਤੁਹਾਨੂੰ ਸੁਣਾਉਂਦੇ ਹਾਂ। ਅੱਜ ਅਸੀਂ ਬੜੇ ਧੰਨਵਾਦੀ ਹਾਂ ਸੁਖਵਿੰਦਰ ਸਿੰਘ ਜੀ, ਘਾੜ ਇਲਾਕੇ ਦੇ ਜਿਹੜੇ ਕਿ ਪ੍ਰਧਾਨ ਨੇ, ਜੋ ਹਰ ਸਾਲ ਸ਼ਖਸੀਅਤਾਂ ਜਿਹੜੀਆਂ ਕੋਈ ਕਿਸੇ ਨਾ ਕਿਸੇ ਹਿੱਸੇ ਵਿੱਚ ਨਿਮਾਣਾ ਖੜਦੀਆਂ ਉਹਨਾਂ ਦਾ ਹਰ ਸਾਲ ਇਹ ਸਨਮਾਨ ਕਰਦੇ ਨੇ। ਤੇ ਅੱਜ ਵਿਸ਼ੇਸ਼ ਤੌਰ 'ਤੇ ਇਹਨਾਂ ਨੇ ਜੋ ਬੀਬੀ ਮੁਮਤਾਜ਼ ਜੀ ਦਾ ਅਸਥਾਨ ਹੈ, ਬੜਾ ਹੀ ਪਵਿੱਤਰ ਸਥਾਨ ਹੈ, ਇੱਥੇ ਪ੍ਰੋਗਰਾਮ ਰੱਖਿਆ। ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਅਰਦਾਸ ਹੋ ਕੇ ਸਾਰੇ ਨਤਮਸਤਕ ਹੋਏ ਨੇ। ਤੇ ਪੂਰੇ ਇਲਾਕੇ ਦੀ ਚੜ੍ਹਦੀ ਕਲਾ ਲਈ ਸਭ ਨੇ ਅਰਦਾਸ ਕੀਤੀ ਹੈ ਕਿ ਇਸੇ ਤਰ੍ਹਾਂ ਇਲਾਕਾ ਚੜ੍ਹਦੀ ਕਲਾ 'ਚ ਰਹੇ। ਤੇ ਜਦੋਂ ਦਾ ਮੇਰੇ ਕੋਲ ਚਾਰਜ ਆਇਆ ਤੇ ਕੱਲ੍ਹ ਨੂੰ ਤਾਜਪੋਸ਼ੀ ਹੋਣ ਜਾ ਰਹੀ ਹੈ। ਤੇ ਕੱਲ੍ਹ ਵੀ ਮੈਂ ਚੰਡੀਗੜ੍ਹ ਜਿਹੜਾ ਸਾਡਾ ਪੀਆਰਟੀਸੀ ਦਾ ਉੱਥੇ ਹੈਗਾ ਦਫ਼ਤਰ ਤੇ ਸਾਰਾ ਉਹ ਚੈੱਕ ਕਰਕੇ ਆਇਆ ਤੇ ਉੱਥੇ 125 ਬੱਸ ਜਿਹੜੀ ਉੱਥੇ ਖੜ੍ਹੀ ਸੀ ਤੇ 9 ਬੱਸਾਂ ਉੱਥੇ ਮੈਨੂੰ ਜੋ ਉਹਨਾਂ ਨੇ ਕਿਹਾ ਕਿ ਇਹਨਾਂ 'ਤੇ ਸਿਰਫ 50-50 ਹਜ਼ਾਰ ਰੁਪਇਆ ਲੱਗਣਾ ਤੇ ਚੱਲਦੀ ਹਾਲਤ ਦੇ ਵਿੱਚ ਹੋ ਜਾਣੀਆਂ। ਤੇ ਮੈਂ ਉਹ ਬਹੁਤ ਜਲਦੀ ਉਹਨਾਂ ਨੂੰ ਚਾਲੂ ਕਰਾਵਾਂਗਾ। ਤੇ ਥੋੜ੍ਹੇ ਜਿਹੇ ਮਕੈਨਿਕ ਉੱਥੇ ਘੱਟ ਸੀ, ਇਲੈਕਟ੍ਰੀਸ਼ੀਅਨ ਦਾ ਇੱਕੇ ਮਕੈਨਿਕ ਹੈ ਤੇ ਹੋਰ ਜਿਹੜੀਆਂ ਮਕੈਨਿਕ ਹੈ ਉੱਥੇ ਥੋੜ੍ਹੀ ਕਮੀ ਹੈ। ਤੇ 840 ਬੱਸਾਂ ਸਾਡੀਆਂ ਨਵੀਆਂ ਆ ਰਹੀਆਂ ਤੇ ਰੂਟ ਜਿਹੜੇ ਇੱਧਰ ਨੂੰ ਬੰਦ ਹੈ, ਇੱਕ ਪਰਖਾਲੀ ਨੂੰ ਚੱਲਣਾ ਹੈ, ਨੂਰਪੁਰ ਬਿਜਲੀ ਨੂੰ ਚੱਲਣਾ, ਅਸੀਂ ਸਾਰੀਆਂ ਲਿਸਟਾਂ ਬਣਾ ਰਹੇ ਹਾਂ, ਉਹ ਰੂਟ ਚਲਾਵਾਂਗੇ। ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਜੋ ਟਰਾਂਸਪੋਰਟ ਮਾਫੀਆ ਇੱਕ ਸਰਗਰਮ ਸੀ, ਉਸ ਮਾਫੀਏ ਨੂੰ ਹਟਾ ਕੇ ਹੁਣ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਉਹ ਚੱਲ ਰਹੀਆਂ ਤੇ ਪੂਰੀ ਮੁਨਾਫੇ ਦੇ ਵਿੱਚ 1 ਕਰੋੜ ਰੁਪਇਆ ਰੋਜ਼ ਇਹ ਵਾਧੇ ਦੇ ਵਿੱਚ ਜਾ ਰਹੀਆਂ, ਆਮਦਨ ਦੇ ਵਿੱਚ ਜਾ ਰਹੀਆਂ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਅਦਾਰੇ ਨੂੰ ਮਜ਼ਬੂਤ ਕਰਾਂਗੇ ਤੇ ਹੋਰ ਨੌਕਰੀਆਂ ਨਵੀਆਂ ਲਿਆਵਾਂਗੇ। ਤੇ ਜਿਹੜੇ ਮੁਲਾਜ਼ਮ ਕੱਚੇ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ, ਕੁਛ ਕੰਟਰੈਕਟ ਬੇਸ 'ਤੇ ਨੇ, ਕੁਛ ਹੋਰ ਜਿਹਨਾਂ ਦੇ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਇਸ ਮਸਲੇ ਦਾ ਸਾਰੇ ਦਾ ਹੱਲ ਕਰਾਂਗੇ ਤੇ ਅਦਾਰੇ ਨੂੰ ਹੋਰ ਅਸੀਂ ਪੂਰੀ ਅਦਾਰੇ ਨੂੰ ਹੋਰ ਉੱਪਰ ਲੈ ਕੇ ਜਾਵਾਂਗੇ। ਤੇ ਸਾਡੀ ਤਾਂ ਇਹੀ ਕਾਮਨਾ ਕਿ ਅਸੀਂ ਸਾਡੇ ਟਰਾਂਸਪੋਰਟ ਮੰਤਰੀ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸਾਹਿਬ ਤੇ ਚਰਨਜੀਤ ਚੰਨੀ ਸਾਹਿਬ ਤੇ ਪੂਰੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ। ਤੇ ਅਸੀਂ ਜਿਸ ਤਰ੍ਹਾਂ ਹੁਣ ਤੱਕ 20 ਸਾਲ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ, ਸਰਲ ਨਾਲ ਸਮਾਜ ਦੀ ਸੇਵਾ ਬੜੇ ਸਾਦੇ ਢੰਗ ਨਾਲ ਕਰਦੇ ਹਾਂ ਤੇ ਉਸੇ ਤਰ੍ਹਾਂ ਹੀ ਕਰਦੇ ਰਹਾਂਗੇ। ਤੇ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ।